ਦਿਸ਼ਾ ਪਰਿਵਰਤਨ ਪ੍ਰੋਗਰਾਮ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਕਿ ਤੁਸੀਂ ਸਾਡਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ। ਦੋਸਤੋ, ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਅਸੀਂ ਵੇਖ ਲੈਂਦੇ ਹਾਂ ਕਿ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੀ ਕੀਤਾ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸੁਨਹਿਰੀ ਨਿਯਮ ਦੇ ਬਾਰੇ ਸਿੱਖ ਰਹੇ ਸੀ। ਅਸੀਂ ਮੱਤੀ ਦੀ ਅੰਜੀਲ ਦੇ 7ਵੇਂ ਅਧਿਆਇ ਦੀ 12 ਆਇਤ ਦੇ ਉੱਤੇ ਗੌਰ ਕਰ ਰਹੇ ਸੀ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖਿਆ ਕਿ ਸੁਨਹਿਰੀ ਨਿਯਮ ਕੀ ਨਹੀਂ ਹੈ। ਅੱਜ ਅਸੀਂ ਆਪਣੇ ਉਸੇ ਪ੍ਰੋਗਰਾਮ ਦੇ ਬਚੇ ਹੋਏ ਹਿੱਸੇ ਨੂੰ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਰੀ ਰੱਖਾਂਗੇ। ਅੱਜ ਅਸੀਂ ਜਾਣਾਂਗੇ ਕਿ ਸੁਨਹਿਰੀ ਨਿਯਮ ਕੀ ਹੈ। ਇਸ ਦੇ ਵਿੱਚ ਅਸੀਂ ਵੇਖਾਂਗੇ ਸੁਨਹਿਰਾ ਨਿਯਮ ਆਪਸੀ ਪ੍ਰੇਮ ਦਾ ਤਕਾਜ਼ਾ ਹੈ। ਸੁਨਹਿਰਾ ਨਿਯਮ ਪ੍ਰੇਮ ਦੇ ਸੰਬੰਧ ਲਈ ਤਕਾਜ਼ਾ ਹੈ। ਸੁਨਹਿਰਾ ਨਿਯਮ ਪ੍ਰੇਮ ਦੇ ਪ੍ਰਤੀ ਜ਼ਿੰਮੇਵਾਰੀ ਦਾ ਤਕਾਜ਼ਾ ਹੈ। ਸੁਨਹਿਰਾ ਨਿਯਮ ਪ੍ਰੇਮ ਕਰਨ ਦੇ ਕਾਰਨ ਦੇ ਲਈ ਤਕਾਜ਼ਾ ਹੈ। ਦੋਸਤੋ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਕਿ ਸੁਨਹਿਰੀ ਨਿਯਮ ਸਾਡੇ ਚਾਲ ਚੱਲਣ ਦਾ ਪ੍ਰਮਾਣ ਹੈ। ਸੋ ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ? जद चुप रहा तद मेरी हड्डियां, मैं जद चुप रहा तद मेरी हड्डियां कराहंदे होए सारा दिन खुल गया, कराहंदे होए सारा दिन खुल गया। ओ तन जी दे बख्शे गए सब गुनाह, ढके गए सारे औगुण सदा।
ਸਿਹਾ ਡਾਡਾ ਬਦਕਾਰ। ਇਹ ਮੰਨ ਲਿਆ ਮੈਂ ਸਿਹਾ ਡਾਡਾ ਬਦਕਾਰ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ ਔਗੁਣ ਸਦਾ। ਉਹ ਤਨ ਜੀ ਦੇ ਬਖਸ਼ੇ ਗਏ ਸਭ ਗੁਨਾਹ, ਤੇ ਢਕੇ ਗਏ ਸਾਰੇ। ਤੁਸੀਂ ਸਵਰਗ ਚਲੇ ਜਾਓਗੇ, ਇਹ ਸੱਚਮੁੱਚ ਮਹੱਤਵਪੂਰਨ ਹੈ ਜੇ ਅਸੀਂ ਸਮਝ ਆਈਏ ਕਿ ਗੋਲਡਨ ਰੂਲ ਸਾਡੇ ਚਾਲ ਚੱਲਣ ਦਾ ਪ੍ਰਮਾਣ ਹੈ। ਇਹ ਸਾਨੂੰ ਨਿਰਦੋਸ਼ ਸਾਬਤ ਕਰਨ ਦਾ ਜ਼ਰੀਆ ਨਹੀਂ ਹੈ। ਆਪਣੇ ਅੱਛੇ ਕੰਮਾਂ ਦੇ ਦੁਆਰਾ ਕੋਈ ਨਿਰਦੋਸ਼ ਸਾਬਤ ਨਹੀਂ ਹੋ ਸਕਦਾ। ਗੋਲਡਨ ਰੂਲ ਦੀ ਪਾਲਣਾ ਕਰਕੇ ਤੁਸੀਂ ਸਵਰਗ ਨਹੀਂ ਜਾ ਸਕਦੇ। ਮੈਂ ਇਸ ਦੀ ਪਰਵਾਹ ਨਹੀਂ ਕਰਦਾ ਕਿ ਤੁਸੀਂ ਕੌਣ ਹੋ। ਨਰਕ ਵਿੱਚ ਬਹੁਤ ਲੋਕ ਹੋਣਗੇ ਜੋ ਇਹ ਗੱਲਬਾਤ ਕਰ ਰਹੇ ਹੋਣਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਗੋਲਡਨ ਰੂਲ ਦੀ ਪਾਲਣਾ ਕੀਤੀ ਸੀ। ਨੰਬਰ 2, ਸੁਨਹਿਰੀ ਨਿਯਮ ਕੀ ਹੈ? ਮੈਂ ਆਪਣਾ ਪੂਰਾ ਸੰਦੇਸ਼ ਇਸ ਗੱਲ ਨੂੰ ਦੱਸਣ ਵਿੱਚ ਇਸਤੇਮਾਲ ਕੀਤਾ ਕਿ ਇਹ ਕੀ ਨਹੀਂ ਹੈ, ਪਰ ਤੁਸੀਂ ਜਾਣਦੇ ਹੋ ਕਿ ਕਈ ਵਾਰ ਜਦ ਤੁਸੀਂ ਪੂਰਾ ਕੂੜਾ ਕਰਕਟ ਦੂਰ ਕਰ ਦਿੰਦੇ ਹੋ ਅਤੇ ਇਸ ਨੂੰ ਵੇਖ ਸਕਦੇ ਹੋ ਜੋ ਸੱਚਮੁੱਚ ਸੀ। ਇਸ ਲਈ ਮੈਂ ਤੁਹਾਨੂੰ ਕੁਝ ਚੀਜ਼ਾਂ ਦੇਣਾ ਚਾਹੁੰਦਾ ਹਾਂ ਜੋ ਇਹ ਦੱਸਦੀਆਂ ਹਨ ਕਿ ਗੋਲਡਨ ਰੂਲ ਕੀ ਹੈ, ਅਤੇ ਆਓ ਅਸੀਂ ਇਸ ਨੂੰ ਜਲਦੀ ਸਮਝੀਏ। ਭਾਗ ਊੜਾ, ਸੁਨਹਿਰੀ ਨਿਯਮ ਆਪਸੀ ਪ੍ਰੇਮ ਲਈ ਤਕਾਜ਼ਾ ਹੈ। ਸਭ ਤੋਂ ਪਹਿਲਾਂ ਗੋਲਡਨ ਰੂਲ ਆਪਸਦਾਰੀ ਪ੍ਰੇਮ ਦਾ ਤਕਾਜ਼ਾ ਹੈ। ਕਿ ਤੁਸੀਂ ਆਪਸਦਾਰੀ ਨੂੰ ਜਾਣਦੇ ਹੋ? ਪੂਰੀ ਬਾਈਬਲ ਇਸ ਸੱਚਾਈ ਨਾਲ ਭਰੀ ਹੋਈ ਹੈ। ਕੀ ਇਹ ਨਹੀਂ ਹੈ? ਇਹ ਤਾਂ ਆਪਸੀ ਸੰਬੰਧ ਬਾਰੇ ਹੈ ਜੋ ਸਾਡੇ ਦੂਸਰਿਆਂ ਨਾਲ ਲੈਣ ਦੇਣ ਵਿੱਚ ਹੁੰਦੇ ਹਨ। ਜੋ ਅਸੀਂ ਬੋਂਦੇ ਹਾਂ ਉਹੀ ਅਸੀਂ ਬਣਦੇ ਹਾਂ। ਇਹ ਸਿਧਾਂਤ ਪਰਮੇਸ਼ਰ ਦੇ ਵਚਨ ਵਿੱਚ ਸਪਸ਼ਟ ਹੈ। ਜਿਸ ਤਰ੍ਹਾਂ ਅਸੀਂ ਦੂਜਿਆਂ ਨਾਲ ਕਰਦੇ ਹਾਂ ਉਸੇ ਤਰ੍ਹਾਂ ਹੀ ਸਾਡੇ ਕੋਲ ਵਾਪਸ ਆਉਂਦਾ ਹੈ। ਕੀ ਇਹ ਸੱਚ ਨਹੀਂ ਹੈ? ਇਹ ਤਾਂ ਲੈਣ ਦੇਣ ਦਾ ਨਿਯਮ ਹੈ। ਜੋ ਅਸੀਂ ਬੀਜਦੇ ਹਾਂ ਉਹੀ ਸਾਨੂੰ ਮਿਲਦਾ ਹੈ। ਜੌਨ ਗ੍ਰਿਸ਼ਮ ਇੱਕ ਮਹਾਨ ਲੇਖਕ ਹੈ। ਉਸ ਦੀ ਕਹਾਣੀ ਦੀ ਪੰਕਤੀਆਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਸਨੇ ਇੱਕ ਬਹੁਤ ਹੀ ਅੱਛੀ ਕਿਤਾਬ ਲਿਖੀ ਹੈ ਜਿਸ ਦਾ ਨਾਮ ਹੈ ਪਾਰਟਨਰ। ਜੇ ਤੁਸੀਂ ਇਹ ਕਿਤਾਬ ਪੜ੍ਹੋ ਅਤੇ ਆਖਰੀ ਤੱਕ ਪੜ੍ਹੋ ਤਾਂ ਉਨੇ ਹੀ ਪਾਗਲ ਹੋ ਜਾਓਗੇ ਜਿੰਨਾ ਕਿ ਮੈਂ ਹੋ ਗਿਆ ਸੀ। ਅਤੇ ਇਸ ਦੇ ਹੇਠਾਂ ਲਿਖ ਦਿੱਤਾ ਦਾ ਗੋਲਡਨ ਰੂਲ ਆਪਸਦਾਰੀ, ਅਤੇ ਤੁਸੀਂ ਸਮਝ ਗਏ ਹੋਵੋਗੇ ਕਿ ਮੇਰਾ ਕੀ ਮਤਲਬ ਹੈ। ਇਸ ਦਾ ਲੇਖ ਤਰੀਕਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ। ਇਸ ਨੇ ਸਾਡੀ ਸੰਸਕ੍ਰਿਤੀ ਨੂੰ ਇਸ ਤਰ੍ਹਾਂ ਹੀ ਪੇਸ਼ ਕੀਤਾ। ਆਪਸਦਾਰੀ ਦਾ ਕੀ ਨਿਯਮ ਦੇ ਕਾਰਨ ਹੈ। ਅਸੀਂ ਆਸ਼ਾ ਕਰਦੇ ਹਾਂ ਜਦ ਲੋਕ ਕਿਸੇ ਤਰੀਕੇ ਨਾਲ ਕੁਝ ਕਰਦੇ ਹਨ ਤਾਂ ਉਹ ਹੀ ਤਰੀਕਾ ਉਹਨਾਂ ਨੂੰ ਦੂਜਿਆਂ ਕੋਲ ਵਾਪਸ ਮਿਲਦਾ ਹੈ। ਇਸ ਲਈ ਗੋਲਡਨ ਰੂਲ ਆਪਸੀ ਪ੍ਰੇਮ ਦਾ ਤਕਾਜ਼ਾ ਹੈ। ਕਿ ਬਾਈਬਲ ਵਿੱਚ ਇਸ ਤਰ੍ਹਾਂ ਹੈ? ਆਓ ਮੈਂ ਤੁਹਾਨੂੰ 2 ਐਤਾਂ ਦੇ ਬਾਰੇ ਦੱਸਦਾ ਹਾਂ ਜਿਨ੍ਹਾਂ ਨੂੰ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ। ਲੂਕਾ 6:38 ਵਚਨ, ਦਿਓ ਤੇ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦਬ ਦਬ ਕੇ ਹਿਲਾ ਹਿਲਾ ਕੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਮੇਪ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ। ਕੀ ਤੁਸੀਂ ਇਸ ਨੂੰ ਵੇਖਿਆ? ਇਹ ਤੁਹਾਨੂੰ ਵਾਪਸ ਕੀਤਾ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿੱਚ, ਜਿਸ ਤਰ੍ਹਾਂ ਤੁਸੀਂ ਦਿੰਦੇ ਹੋ ਉਸੇ ਤਰ੍ਹਾਂ ਤੁਹਾਨੂੰ ਵਾਪਸ ਦਿੱਤਾ ਜਾ ਰਿਹਾ ਹੈ। ਹੁਣ ਗਲਾਤੀਆਂ 6:8 ਨੂੰ ਵੇਖੋ, ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਢੇਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸੰਦੀਪਕ ਜੀਵਨ ਨੂੰ ਵੱਢੇਗਾ। ਇਸ ਦਾ ਕੀ ਅਰਥ ਹੈ? ਐਤ ਤੋਂ ਪਹਿਲਾਂ ਇਹ ਆਖਿਆ ਗਿਆ ਹੈ, ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂ ਜੋ ਮਨੁੱਖ ਜੋ ਕੁਝ ਬੀਜਦਾ ਹੈ ਸੋ ਹੀ ਵੱਢੇਗਾ। ਇਸ ਤੋਂ ਇਲਾਵਾ ਗੋਲਡਨ ਰੂਲ ਸਿਖਾਉਂਦਾ ਹੈ, ਜੋ ਇਹ ਸਿਖਾਉਂਦਾ ਉਹ ਇਹ ਹੈ, ਇਹ ਸਿਖਾਉਂਦਾ ਹੈ ਆਪਸਦਾਰੀ ਦਾ ਪ੍ਰੇਮ। ਸੱਚਮੁੱਚ ਇਹ ਇੱਕ ਮਹਾਨ ਸਿਧਾਂਤ ਹੈ ਜੋ ਸਾਨੂੰ ਸਿੱਖਣਾ ਚਾਹੀਦਾ ਹੈ। ਜੇ ਤੁਸੀਂ ਸੋਚਦੇ ਹੋ ਤੁਹਾਡਾ ਕੋਈ ਮਿੱਤਰ ਨਹੀਂ ਹੈ, ਇਸ ਬਾਰੇ ਬਾਈਬਲ ਕੀ ਆਖਦੀ ਹੈ? ਆਪਣੇ ਆਪ ਨੂੰ ਮਿੱਤਰ ਬਣਾਓ। ਤੁਸੀਂ ਜਾਣਦੇ ਹੋ ਇਹ ਇੱਕ ਗੱਲ ਹੈ। ਤੁਸੀਂ ਆਖ ਸਕਦੇ ਹੋ ਕੋਈ ਆਦਮੀ ਮੇਰਾ ਮਿੱਤਰ ਬਣਨ ਲਈ ਅੱਗੇ ਆ ਕੇ ਆਪਣੀ ਪਛਾਣ ਨਹੀਂ ਕਰਦਾ, ਅਤੇ ਮੈਂ ਨਹੀਂ ਸੋਚਦਾ ਕੋਈ ਮੈਨੂੰ ਇੱਥੇ ਜਾਣਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਦੂਜਿਆਂ ਦੇ ਬਾਰੇ ਸੋਚ ਰਹੇ ਹੋ ਉਹ ਵੀ ਤੁਹਾਡੇ ਬਾਰੇ ਇਸੇ ਤਰ੍ਹਾਂ ਸੋਚ ਰਹੇ ਹਨ। ਇਸ ਲਈ ਕਿਸੇ ਨੂੰ ਤਾਂ ਇੱਕ ਕਰਮ ਤੋੜਨਾ ਪਵੇਗਾ, ਜੋ ਬੀਜੇਗਾ ਉਹੀ ਵੱਢੇਗਾ। ਇਸ ਬਾਰੇ ਹੀ ਤਾਂ ਮੈਂ ਗੱਲਬਾਤ ਕਰ ਰਿਹਾ ਹਾਂ। ਆਪਸਦਾਰੀ ਦਾ ਪ੍ਰੇਮ। ਭਾਗ ਐੜਾ, ਸੁਨਹਿਰੀ ਨਿਯਮ ਪ੍ਰੇਮ ਦੇ ਸੰਬੰਧ ਲਈ ਤਕਾਜ਼ਾ ਹੈ।
ਹੁਣ ਨੰਬਰ 2 ਵੱਲ ਵੇਖੋ। ਇਹ ਪ੍ਰੇਮ ਦੇ ਸੰਬੰਧ ਲਈ ਤਕਾਜ਼ਾ ਹੈ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਆਪਸੀ ਸੰਬੰਧ ਨੂੰ ਧਿਆਨ ਵਿੱਚ ਰੱਖਦਾ ਹੈ? ਉਸਨੇ ਸੰਬੰਧ ਬਣਾਉਣ ਲਈ ਹੀ ਪਰਿਵਾਰ ਦੀ ਰਚਨਾ ਕੀਤੀ ਸੀ। ਉਸਨੇ ਸੰਬੰਧ ਬਣਾਉਣ ਲਈ ਹੀ ਕਲੀਸਿਆ ਦੀ ਰਚਨਾ ਕੀਤੀ ਸੀ। ਸ਼ਾਸਤਰ ਦੱਸਦਾ ਹੈ, ਮਨੁੱਖ ਦਾ ਇਕੱਲਾ ਰਹਿਣਾ ਠੀਕ ਨਹੀਂ। ਪਰਮੇਸ਼ਰ ਚਾਹੁੰਦਾ ਹੈ ਕਿ ਸਾਡਾ ਇੱਕ ਦੂਜੇ ਨਾਲ ਤਾਲਮੇਲ ਬਣਿਆ ਰਹੇ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ। ਗੋਲਡਨ ਰੂਲ ਸਾਨੂੰ ਇਸ ਸੱਚਾਈ ਦੇ ਬਾਰੇ ਯਾਦ ਕਰਾਉਂਦਾ ਹੈ। ਅਸੀਂ ਸਵਾਰਥੀ ਬਣ ਚੁੱਕੇ ਹਾਂ ਅਤੇ ਆਪਣੇ ਲਈ ਸਭ ਚੀਜ਼ਾਂ ਦਾ ਧਿਆਨ ਕਰਦੇ ਹਾਂ, ਅਤੇ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਦੀ ਚੀਜ਼ਾਂ ਵੱਲ ਧਿਆਨ ਕਰੀਏ। ਨਵੇਂ ਨੇਮ ਵਿੱਚ ਪੌਲੁਸ ਨੇ ਇਸ ਸੱਚਾਈ ਨੂੰ ਕਈ ਜਗ੍ਹਾ ਤੇ ਪ੍ਰਗਟ ਕੀਤਾ ਹੈ। ਮੈਨੂੰ ਯਾਦ ਹੈ, ਜਦ ਮੈਂ ਫਿਲਿੱਪੀਆਂ ਦੀ ਕਿਤਾਬ ਉੱਤੇ ਇੱਕ ਕਿਤਾਬ ਲਿਖ ਰਿਹਾ ਸੀ ਤਾਂ ਇਸ ਐਤ ਨੇ ਮੇਰੇ ਉੱਤੇ ਧੱਕੇ ਨਾਲ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਇਸ ਲੇਖ ਵਿੱਚ ਜੋ ਫਿਲਿੱਪੀਆਂ ਅਧਿਆਇ 2 ਵਿੱਚ ਹੈ, ਸਾਨੂੰ ਦੱਸਿਆ ਗਿਆ ਹੈ ਕਿ ਯਿਸੂ ਧਰਤੀ ਤੇ ਆ ਗਿਆ ਅਤੇ ਉਸਨੇ ਸਾਡੇ ਲਈ ਆਪਣੇ ਆਪ ਨੂੰ ਖਾਲੀ ਕਰ ਦਿੱਤਾ। ਫਿਲਿੱਪੀਆਂ 2 ਅਧਿਆਇ 4 ਵਚਨ ਦੱਸਦਾ ਹੈ, ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਯਿਸੂ ਮਸੀਹ ਨੇ ਇਸ ਜਗਤ ਵਿੱਚ ਆ ਕੇ ਇਸ ਸਿਧਾਂਤ ਨੂੰ ਪ੍ਰਗਟ ਕੀਤਾ ਕਿ ਉਸ ਕੋਲ ਆਪਣੀ ਮਹਿਮਾ ਲੈਣ ਦਾ ਅਧਿਕਾਰ ਨਹੀਂ ਸੀ। ਹਾਂ ਸੀ, ਉਸ ਨੇ ਆਪਣੀ ਮਹਿਮਾ ਲੈਣ ਲਈ ਪਰਮੇਸ਼ਰ ਦੀ ਚੋਰੀ ਕਰਨਾ ਸਮਝਿਆ ਅਤੇ ਉਸ ਨੇ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਅਤੇ ਅੰਤ ਤੱਕ ਆਗਿਆਕਾਰੀ ਬਣਿਆ ਰਿਹਾ। ਇੱਥੇ ਤੱਕ ਕਿ ਸਲੀਬ ਉੱਤੇ ਵੀ ਸਾਡੇ ਲਈ ਮੌਤ ਸਵੀਕਾਰ ਕਰ ਲਈ। ਉਸ ਨੇ ਸਾਡੇ ਲਈ ਚਿੰਤਾ ਕੀਤੀ। ਇਸ ਲਈ ਸਾਨੂੰ ਵੀ ਆਪਣੇ ਆਪ ਤੱਕ ਹੀ ਸੀਮਤ ਨਹੀਂ ਰਹਿਣਾ। ਸਾਨੂੰ ਜ਼ਰੂਰਤ ਹੈ ਕਿ ਅਸੀਂ ਦੂਜਿਆਂ ਤੱਕ ਪਹੁੰਚੀਏ। ਇਹੀ ਸਿਧਾਂਤ ਇੱਕ ਦੂਜੇ ਲੇਖ ਵਿੱਚ ਮਿਲਦਾ ਹੈ। ਰੋਮੀਓ 15 ਅਧਿਆਇ 2 ਵੱਲ ਵੇਖੋ। ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨੂੰ ਉਹਦੀ ਭਲਾਈ ਲਈ ਰਜਾਈਏ, ਭਾਈ ਉਹਦੀ ਤਰੱਕੀ ਹੋਵੇ। ਕਿ ਇਹ ਇਸ ਤਰ੍ਹਾਂ ਨਹੀਂ ਜਾਪਦਾ ਕਿ ਇਹ ਐਤ ਮੱਤੀ 7 ਅਧਿਆਇ 12 ਦੇ ਬਾਅਦ ਆਉਣੀ ਚਾਹੀਦੀ ਹੈ? ਕਿ ਇਸ ਤਰ੍ਹਾਂ ਨਹੀਂ ਜਾਪਦਾ ਕਿ ਇਹ ਮੱਤੀ 7 ਅਧਿਆਇ 12 ਦੀ ਵਿਆਖਿਆ ਹੈ? ਸਾਨੂੰ ਜੀਵਨ ਵਿੱਚ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ? ਸਾਨੂੰ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਗੁਆਂਢੀ ਨੂੰ ਖੁਸ਼ ਕਰ ਸਕੀਏ, ਭਾਵੇਂ ਉਹ ਚਰਚ ਵਿੱਚ ਹੋਵੇ ਜਾਂ ਸਮਾਜ ਵਿੱਚ ਹੋਵੇ। ਪਹਿਲਾ ਕਰੰਥੀਆਂ 10 ਅਧਿਆਇ 24 ਵਚਨ ਦੱਸਦਾ ਹੈ, ਕੋਈ ਆਪਣਾ ਹੀ ਨਹੀਂ ਸਗੋਂ ਦੂਜੇ ਦੇ ਭਲੇ ਲਈ ਯਤਨ ਕਰੇ। ਬਾਰ-ਬਾਰ ਪਰਮੇਸ਼ਰ ਦਾ ਵਚਨ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਦੂਜਿਆਂ ਦਾ ਭਲਾ ਕਰੀਏ, ਕਿਉਂ ਜੋ ਅਸੀਂ ਪਰਮੇਸ਼ਰ ਦੇ ਜਨ ਹਾਂ। ਸਾਡਾ ਧਿਆਨ ਦੂਜਿਆਂ ਵੱਲ ਹੋਣਾ ਚਾਹੀਦਾ ਹੈ। ਜਦ ਮੈਂ ਸੰਡੇ ਸਕੂਲ ਵਿੱਚ ਵੱਧ ਰਿਹਾ ਸੀ ਤਾਂ ਇੱਕ ਕਹਾਣੀ ਸੁਣੀ। ਕਿ ਤੁਸੀਂ ਜਾਣਦੇ ਹੋ, ਖੁਸ਼ੀ ਨੂੰ ਇੰਗਲਿਸ਼ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ, ਜੋਏ। ਇਸ ਸ਼ਬਦ ਦਾ ਅਰਥ ਇਸ ਗੱਲ ਨੂੰ ਪ੍ਰਗਟ ਕਰਦਾ ਹੈ, ਜੇ ਫॉर ਜੀਸਸ, ਓ ਫॉर ਅਦਰਸ, ਯੂ ਫॉर ਯੂ। ਇਹ ਗ੍ਰਾਫ ਸਾਨੂੰ ਦੱਸਦਾ ਹੈ, ਜੇ ਅਸੀਂ ਖੁਸ਼ੀ ਲੈਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾ ਸਥਾਨ ਯਿਸੂ ਨੂੰ ਦੇਣਾ ਪਵੇਗਾ, ਦੂਸਰਾ ਸਥਾਨ ਦੂਜਿਆਂ ਨੂੰ ਦੇਣਾ ਪਵੇਗਾ ਅਤੇ ਤੀਸਰੇ ਸਥਾਨ ਤੇ ਆਪਣੇ ਆਪ ਨੂੰ ਰੱਖਣਾ ਪਵੇਗਾ। ਪਰ ਸੰਸਾਰ ਇਸ ਦੇ ਉਲਟ ਸਿੱਖਿਆ ਦਿੰਦਾ ਹੈ ਕਿ ਸਭ ਤੋਂ ਪਹਿਲਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰੋ ਤਾਂ ਤੁਸੀਂ ਖੁਸ਼ੀ ਲੈ ਸਕਦੇ ਹੋ। ਸੰਸਾਰ ਆਪਸੀ ਸੰਬੰਧ ਨੂੰ ਕੋਈ ਮਹੱਤਤਾ ਨਹੀਂ ਦਿੰਦਾ। ਇਹ ਪਰਮੇਸ਼ਰ ਦੇ ਨਿਯਮ ਦੀ ਉਲੰਘਣਾ ਹੈ। ਸਾਨੂੰ ਜ਼ਰੂਰਤ ਹੈ ਇਸ ਗੱਲ ਤੇ ਗੌਰ ਕਰੀਏ। ਭਾਗ ਈੜੀ, ਸੁਨਹਿਰਾ ਨਿਯਮ ਪ੍ਰੇਮ ਦੇ ਪ੍ਰਤੀ ਜ਼ਿੰਮੇਵਾਰੀ ਦਾ ਤਕਾਜ਼ਾ ਹੈ। ਹੁਣ ਮੈਂ ਤੁਹਾਨੂੰ ਇੱਕ ਤੀਸਰੀ ਚੀਜ਼ ਦੱਸਣਾ ਚਾਹੁੰਦਾ ਹਾਂ। ਇਹ ਇੱਕ ਤਕਾਜ਼ਾ ਹੈ ਜੋ ਸਾਨੂੰ ਪ੍ਰੇਮ ਦੇ ਪ੍ਰਤੀ ਜ਼ਿੰਮੇਵਾਰੀ ਦੇ ਬਾਰੇ ਦੱਸਦਾ ਹੈ। ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਦੂਜੇ ਦੀ ਜਗ੍ਹਾ ਤੇ ਰੱਖ ਕੇ ਇਹ ਸੋਚੀਏ ਕਿ ਅਸੀਂ ਕੀ ਚਾਹੁੰਦੇ ਹਾਂ ਕਿ ਸਾਡੇ ਨਾਲ ਹੋਵੇ ਜੇ ਅਸੀਂ ਉਹਨਾਂ ਦੀ ਜਗ੍ਹਾ ਤੇ ਹੋਈਏ। ਤੁਸੀਂ ਆਪਣੇ ਪ੍ਰਤੀ ਕਿਸ ਤਰ੍ਹਾਂ ਵਿਵਹਾਰ ਚਾਹੁੰਦੇ ਹੋ? ਕਿਸੇ ਨੇ ਆਖਿਆ ਹੈ, ਜੇ ਅਸੀਂ ਆਪਣੇ ਗੁਆਂਢੀ ਨੂੰ ਆਪਣੇ ਵਰਗਾ ਪਿਆਰ ਕਰਦੇ ਹਾਂ, ਤਦ ਜੇ ਸਾਡਾ ਗੁਆਂਢੀ ਸਾਡੇ ਪ੍ਰਤੀ ਕੜਾ ਰੁਖ ਰੱਖਦਾ ਹੈ ਤਾਂ ਕੀ ਅਸੀਂ ਵੀ ਉਸ ਦੇ ਨਾਲ ਕੜਾ ਰੁਖ ਅਪਣਾਈਏ? ਇਸ ਦਾ ਮਤਲਬ ਇਹ ਹੀ ਹੋ ਜਾਵੇਗਾ ਕਿ ਉਹ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਤਿਆਰ ਨਹੀਂ, ਤਾਂ ਅਸੀਂ ਵੀ ਆਪਣੀ ਜ਼ਿੰਮੇਵਾਰੀ ਦੇ ਪ੍ਰਤੀ ਅਹਿਸਾਸ ਨਹੀਂ ਕਰਦੇ। ਜੇ ਸਾਡੇ ਗੁਆਂਢੀ ਦਾ ਪਤੀ ਜਾਂ ਪਤਨੀ ਮਰ ਰਹੀ ਹੈ ਜਾਂ ਮਰ ਰਿਹਾ ਹੈ ਤਾਂ ਸਾਨੂੰ ਇਹ ਅਹਿਸਾਸ ਕਰਨਾ ਚਾਹੀਦਾ ਹੈ, ਸਾਡਾ ਪਤੀ ਜਾਂ ਪਤਨੀ ਮਰ ਰਹੀ ਹੈ। ਇਸ ਲਈ ਹੀ ਮੈਨੂੰ ਤੁਹਾਨੂੰ ਦੱਸਣਾ ਪੈਣਾ ਹੈ ਕਿ ਕੋਈ ਇੱਕ ਵੀ ਕਦੇ ਵੀ ਇਸ ਨਿਯਮ ਤੇ ਖਰਾ ਨਹੀਂ ਉਤਰ ਸਕਦਾ ਜੋ ਪਰਮੇਸ਼ਰ ਦੇ ਅੱਗੇ ਇਹ ਕਹਿ ਸਕੇ, ਮੈਂ ਇਸ ਨਿਯਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਕੋਈ ਇੱਕ ਵੀ ਇਸ ਨੂੰ ਨਹੀਂ ਕਰ ਸਕਦਾ।
ਤੁਸੀਂ ਵੇਖ ਲਿਆ ਹੈ ਕਿ ਇਹ ਨਿਯਮ ਕਿੰਨੀ ਵੱਡੀ ਮੰਗ ਕਰਦਾ ਹੈ। ਇਹ ਨਿਯਮ ਫਿਰ ਵੀ ਲਾਗੂ ਹੈ ਕਿਉਂਕਿ ਮਸੀਹ ਸਿੱਖਿਆ ਦੱਸਦੀ ਹੈ, ਮੇਰਾ ਪੜੋਸੀ ਕੌਣ ਹੈ। ਨਵੇਂ ਨਿਯਮ ਵਿੱਚ ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਦੁਸ਼ਮਣ ਵੀ ਮੇਰਾ ਪੜੋਸੀ ਹੈ। ਮੈਨੂੰ ਚਾਹੀਦਾ ਹੈ ਕਿ ਮੈਂ ਆਪਣੇ ਗੁਆਂਢੀ ਨੂੰ ਆਪਣੇ ਵਾਂਗੂ ਪਿਆਰ ਕਰਾਂ। ਮੈਨੂੰ ਚਾਹੀਦਾ ਹੈ ਕਿ ਆਪਣੇ ਦੁਸ਼ਮਣ ਨੂੰ ਵੀ ਆਪਣੇ ਵਾਂਗੂ ਪਿਆਰ ਕਰਾਂ। ਉਹ ਮੈਂ ਸੰਖੇਪ ਵਿੱਚ ਇਹ ਨਿਯਮ ਦਇਆ ਦੇ ਬਾਰੇ ਨਹੀਂ ਕਿ ਜੋ ਅਸੀਂ ਇੱਕ ਦੂਜੇ ਤੇ ਕਰੀਏ। ਇਹ ਤਾਂ ਦੱਸਦਾ ਹੈ ਅਸੀਂ ਦੋਸਤੀ ਦੇ ਸਬੰਧ ਨਾਲ ਰਹੀਏ। ਡਰ ਦੇ ਕਾਰਨ ਇਸ ਦਾ ਉੱਚਾ ਸਤਰ ਹੈ, ਇਸ ਲਈ ਇਸ ਨੂੰ ਗੋਲਡਨ ਆਖਿਆ ਗਿਆ ਹੈ ਕਿਉਂਕਿ ਕੋਈ ਸੋਨਾ ਬਹਿਮੁੱਲਾ ਹੈ ਅਤੇ ਬਹੁਤ ਘੱਟ ਮਿਲਦਾ ਹੈ। ਕੀ ਇਹ ਸੱਚ ਨਹੀਂ ਹੈ? ਤੁਸੀਂ ਜਾਣਦੇ ਹੋ, ਹਰੇਕ ਕੋਈ ਸੋਚਦਾ ਹੈ ਗੋਲਡਨ ਰੂਲ ਆਸਾਨ ਚੀਜ਼ ਹੈ। ਗੋਲਡਨ ਰੂਲ ਜ਼ਬਰਦਸਤ ਮੰਗ ਕਰਦਾ ਹੈ। ਜਦ ਤੁਸੀਂ ਸਮਝ ਜਾਂਦੇ ਹੋ ਕਿ ਇਹ ਕੀ ਆਖ ਰਿਹਾ ਹੈ। ਭਾਗ ਸੱਸਾ ਸੁਨਹਿਰੀ ਨਿਯਮ ਪ੍ਰੇਮ ਕਰਨ ਦੇ ਕਾਰਨ ਲਈ ਤਕਾਚਾ ਹੈ। ਹੁਣ ਚੌਥੀ ਗੱਲ ਇਹ ਹੈ ਜੋ ਪ੍ਰੇਮ ਕਰਨ ਦੇ ਕਾਰਨ ਨੂੰ ਸਾਨੂੰ ਦੱਸਦੀ ਹੈ। ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ, ਪ੍ਰੇਮ ਕੀ ਹੈ? ਬਾਈਬਲ ਇਸ ਦੇ ਬਾਰੇ ਸਾਨੂੰ ਗਹਿਰਾਈ ਨਾਲ ਦੱਸਦੀ ਹੈ। ਜਿਸ ਸੰਸਕ੍ਰਿਤੀ ਦੇ ਸਮੇਂ ਵਿੱਚ ਬਾਈਬਲ ਲਿਖੀ ਗਈ ਸੀ, ਉਸ ਸਮੇਂ ਪ੍ਰੇਮ ਲਈ ਕਈ ਸ਼ਬਦ ਦਿੱਤੇ ਗਏ ਸੀ। ਇਹ ਸਾਰੇ ਸ਼ਬਦ ਦੱਸਦੇ ਸੀ ਕਿ ਦੋਸਤੀ ਦੇ ਪ੍ਰਤੀ ਪ੍ਰੇਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਪਰ ਯਿਸੂ ਮਸੀਹ ਨੇ ਇਸ ਦੇ ਬਾਰੇ ਇੱਕ ਸ਼ਬਦ ਦਿੱਤਾ, ਅਗਾਪੇ। ਅਗਾਪੇ ਪ੍ਰੇਮ, ਇਹ ਪ੍ਰੇਮ ਲਈ ਇੱਕ ਅਜੀਬ ਸ਼ਬਦ ਸੀ। ਮੈਂ ਤੁਹਾਨੂੰ ਇਸ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਅਗਾਪੇ ਦਾ ਅਰਥ ਹੈ ਬਿਨਾਂ ਸਵਾਰਥ ਦੇ ਪ੍ਰੇਮ ਕਰਨਾ। ਇਹ ਪਰਮੇਸ਼ਰ ਕੋਲੋਂ ਹੀ ਮਿਲ ਸਕਦਾ ਹੈ ਕਿਉਂਕਿ ਇਸ ਦੀ ਜੜ ਪਰਮੇਸ਼ਰ ਨੇ ਹੀ ਰੱਖੀ। ਅਗਾਪੇ ਉਹ ਸ਼ਕਤੀ ਹੈ ਜੋ ਸਾਨੂੰ ਬਿਨਾਂ ਕਿਸੇ ਲਾਲਚ ਦੇ ਦੂਸਰੇ ਦੀ ਜ਼ਰੂਰਤ ਪੂਰੀ ਕਰਨ ਲਈ ਮਿਲਦੀ ਹੈ। ਕੀ ਕਦੇ ਤੁਸੀਂ ਇਹ ਕਹਿੰਦੇ ਹੋਏ ਸੁਣਿਆ ਹੈ, ਸ਼ਾਦੀ ਦਾ ਅਰਥ ਕੀ ਹੁੰਦਾ ਹੈ? ਮੈਂ 50% ਅਤੇ ਮੇਰੀ ਪਤਨੀ 50%। ਇਸ ਤਰ੍ਹਾਂ ਮਿਲ ਕੇ 100% ਹੋ ਜਾਂਦਾ ਹੈ। ਅਸੀਂ ਇਸ ਤਰ੍ਹਾਂ ਹੀ ਕਰਾਂਗੇ। ਕੀ ਤੁਸੀਂ ਜਾਣਦੇ ਹੋ, ਇਹੀ ਕਾਰਨ ਹੈ ਜੋ ਕਈ ਸ਼ਾਦੀਆਂ ਅਸਫਲ ਹੋ ਰਹੀਆਂ ਹਨ ਕਿਉਂਕਿ ਇਹ ਸਮਝ ਗਲਤ ਦਿਸ਼ਾ ਵੱਲ ਲੈ ਜਾਂਦੀ ਹੈ। ਸ਼ਾਦੀ ਤੇ ਰਹਿਣ ਦਾ ਇਨਕਾਰ ਕਰਦੀ ਹੈ। ਸ਼ਾਦੀ ਤਾਂ ਦੋਹਾਂ ਕੋਲੋਂ, ਪਤੀ ਅਤੇ ਪਤਨੀ ਕੋਲੋਂ 100% ਮੰਗ ਕਰਦੀ ਹੈ। ਜੇ ਅਸੀਂ ਇਸ ਨੂੰ ਜੋੜੀਏ ਤਾਂ ਇਹ 100% ਤੋਂ ਵੀ ਅੱਗੇ ਵੱਧ ਜਾਂਦਾ ਹੈ। ਪਰ ਕਹਿਣ ਦਾ ਅਰਥ ਇਹ ਹੈ ਕਿ ਤੁਹਾਡੇ ਦੋਵਾਂ ਵਿੱਚੋਂ ਹਰੇਕ ਨੂੰ 100% ਹੀ ਦੇਣਾ ਹੁੰਦਾ ਹੈ। ਕੀ ਇਸ ਦੇ ਇਲਾਵਾ ਤੁਸੀਂ ਕੁਝ ਹੋਰ ਜਾਣਦੇ ਹੋ? ਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਤੁਹਾਨੂੰ ਕਿਸ ਤਰ੍ਹਾਂ ਦਾ ਪ੍ਰੇਮ ਕਰਨ ਲਈ ਆਖਦਾ ਹੈ? ਜੇ ਤੁਸੀਂ ਇਸ ਪ੍ਰੇਮ ਨੂੰ ਜਾਣਦੇ ਹੋ ਜੋ ਪਰਮੇਸ਼ਰ ਤੁਹਾਨੂੰ ਸਿਖਾਉਂਦਾ ਹੈ, ਜੇ ਅਗਾਪੇ ਪ੍ਰੇਮ ਦੇ ਅਨੁਸਾਰ ਪ੍ਰੇਮ ਕਰਦੇ ਹੋ, ਤਾਂ ਇਹ ਪੱਕੀ ਗੱਲ ਹੈ ਕਿ ਤੁਸੀਂ ਪ੍ਰੇਮ ਕਰੋਗੇ, ਭਾਵੇਂ ਜਾਣਦੇ ਹੋ ਇਸ ਦੇ ਬਦਲੇ ਕੁਝ ਨਹੀਂ ਮਿਲੇਗਾ। ਸੱਚਾ ਪ੍ਰੇਮ, ਅਗਾਪੇ ਪ੍ਰੇਮ, ਜੇ ਅਸੀਂ ਸਮਝ ਜਾਂਦੇ ਹਾਂ ਤਾਂ ਪਰਮੇਸ਼ਰ ਸਾਨੂੰ ਪ੍ਰੇਮ ਕਰਦਾ ਹੈ ਕਿਉਂਕਿ ਪਰਮੇਸ਼ਰ ਜਾਣ ਜਾਂਦਾ ਹੈ ਕਿ ਅਸੀਂ ਬਿਨਾਂ ਸਵਾਰਥ ਦੇ ਪ੍ਰੇਮ ਕਰਦੇ ਹਾਂ। ਇਹ ਉਹ ਪ੍ਰੇਮ ਹੈ ਜੋ ਸਾਨੂੰ ਪਰਮੇਸ਼ਰ ਕੋਲੋਂ ਹੀ ਮਿਲਦਾ ਹੈ, ਤਾਂ 100% ਪ੍ਰੇਮ ਕਰ ਸਕਦੇ ਹਾਂ ਭਾਵੇਂ ਸਾਨੂੰ ਬਦਲੇ ਵਿੱਚ ਕੁਝ ਵੀ ਨਾ ਮਿਲੇ। ਮੈਂ ਆਪਣਾ ਜੀਵਨ ਵੀ ਤੇਰੇ ਲਈ ਦੇ ਸਕਦਾ ਹਾਂ ਕਿਉਂ ਜੋ ਮੈਂ ਤੈਨੂੰ ਪ੍ਰੇਮ ਕਰਦਾ ਹਾਂ ਅਤੇ ਪ੍ਰੇਮ ਮੈਨੂੰ ਇਹ ਹੀ ਸਿਖਾਉਂਦਾ ਹੈ ਕਿ ਉਸ ਨੂੰ ਪ੍ਰੇਮ ਕਰ। ਇਹ ਹੀ ਅਗਾਪੇ ਦਾ ਅਰਥ ਹੈ। ਤੁਸੀਂ ਆਖ ਸਕਦੇ ਹੋ, ਠੀਕ ਹੈ ਪਾਸਟਰ ਜਰਮੀਆ, ਤੁਸੀਂ ਤਾਂ ਮੈਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਹੁਣ ਹੋਰ ਕੋਈ ਰਾਹ ਨਹੀਂ। ਕੀ ਤੁਸੀਂ ਜਾਣਦੇ ਹੋ ਕਿ ਇਸ ਤਰ੍ਹਾਂ ਤੁਸੀਂ ਕਿਉਂ ਆਖਿਆ? ਤੁਸੀਂ ਬਿਲਕੁਲ ਠੀਕ ਆਖਿਆ। ਮੈਂ ਚਾਹੁੰਦਾ ਹਾਂ ਤੁਸੀਂ ਸ਼ਾਸਤਰ ਦੀ ਇੱਕ ਐਤ ਵੱਲ ਵੇਖੋ ਜੋ ਪਹਿਲਾ ਯਹੋਨਾ 4:11-13 ਵਚਨ ਵਿੱਚ ਲਿਖੀ ਗਈ ਹੈ। ਇਹ ਪਿਆਰਿਓ, ਜਦੋਂ ਪਰਮੇਸ਼ਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪ੍ਰੇਮ ਕਰੀਏ। ਪਰਮੇਸ਼ਰ ਨੂੰ ਕਿਸੇ ਨੇ ਕਦੇ ਨਹੀਂ ਡਿੱਠਾ। ਜੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਉਹਨੇ ਆਪਣੇ ਆਤਮਾ ਵਿੱਚ ਸਾਨੂੰ ਦਾਨ ਜੋ ਕੀਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ਇਹ ਐਤ ਕੀ ਦੱਸ ਰਹੀ ਹੈ? ਇਹ ਦੱਸਦੀ ਹੈ ਪਰਮੇਸ਼ਰ ਨੇ ਸਾਨੂੰ ਪਿਆਰ ਕੀਤਾ, ਉਹ ਅੱਜ ਵੀ ਸਾਨੂੰ ਪਿਆਰ ਕਰਦਾ ਹੈ। ਇਸ ਲਈ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ। ਅਸੀਂ ਇੱਕ ਦੂਜੇ ਨਾਲ ਕਿਸ ਤਰ੍ਹਾਂ ਪਿਆਰ ਕਰ ਸਕਦੇ ਹਾਂ? ਉਸ ਪ੍ਰੇਮ ਨਾਲ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ।
ਪਰਮੇਸ਼ਰ ਮੈਨੂੰ ਪ੍ਰੇਮ ਕਰਦਾ ਹੈ। ਮੈਂ ਉਹ ਪ੍ਰੇਮ ਪਾਇਆ ਹੈ ਜੋ ਪਰਮੇਸ਼ਰ ਨੇ ਮੈਨੂੰ ਦਿੱਤਾ ਹੈ ਅਤੇ ਮੈਂ ਇਸ ਨੂੰ ਦੂਜਿਆਂ ਨੂੰ ਦਵਾਂਗਾ ਕਿਉਂਕਿ ਮੈਂ ਉਹਨਾਂ ਨੂੰ ਪਿਆਰ ਕਰਦਾ ਹਾਂ। ਇਹ ਹੀ ਗੋਲਡਨ ਰੂਲ ਹੈ। ਬਸ ਇਹੀ ਚੀਜ਼ ਮਸੀਹ ਲੋਕ ਸਮਝ ਜਾਣ ਜੇ ਉਹਨਾਂ ਨੇ ਪਰਮੇਸ਼ਰ ਦੇ ਪ੍ਰੇਮ ਦਾ ਅਹਿਸਾਸ ਕਰ ਲਿਆ ਹੈ। ਘੱਟ ਤੋਂ ਘੱਟ 55 ਵਾਰ ਨਵੇਂ ਨੇਮ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ ਅਤੇ ਤਦ ਹੀ ਹੋ ਸਕਦਾ ਹੈ ਜੇ ਸਾਡੇ ਕੋਲ ਅਗਾਪੇ ਪ੍ਰੇਮ ਹੈ। ਹੁਣ ਜੇ ਅਸੀਂ ਇਸ ਗੱਲ ਨੂੰ ਸਮਝ ਗਏ ਹਾਂ ਤਦ ਗੋਲਡਨ ਰੂਲ ਸਾਡੇ ਲਈ ਅਰਥ ਰੱਖਦਾ ਹੈ। ਇਹ ਸਾਨੂੰ ਆਪਸੀ ਪ੍ਰੇਮ ਲਈ ਤਿਆਰ ਕਰਦਾ ਹੈ। ਪਿਆਰ ਕਿਸ ਤਰ੍ਹਾਂ ਕੰਮ ਕਰਦਾ ਹੈ? ਇਸ ਵਿੱਚ ਦੇਣਾ ਅਤੇ ਲੈਣਾ ਹੁੰਦਾ ਹੈ। ਕੀ ਇਹ ਗੱਲ ਠੀਕ ਨਹੀਂ? ਇਹ ਪ੍ਰੇਮ ਦਾ ਸੰਬੰਧ ਬਣਾਉਣ ਲਈ ਸਾਨੂੰ ਤਿਆਰ ਕਰਦਾ ਹੈ। ਇਹ ਪ੍ਰੇਮ ਦੇ ਪ੍ਰਤੀ ਸਾਡੇ ਜ਼ਿੰਮੇਵਾਰੀ ਨੂੰ ਦੱਸਦਾ ਹੈ। ਪਰਮੇਸ਼ਰ ਸਾਡੇ ਸੰਬੰਧਾਂ ਉੱਤੇ ਨਿਗਾਹ ਰੱਖਦਾ ਹੈ। ਸਾਨੂੰ ਇੱਕ ਦੂਜੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਨੇ ਸਾਨੂੰ ਕੀਤਾ। ਸਾਨੂੰ ਆਪਣੇ ਗੁਆਂਢੀ ਨਾਲ ਆਪਣੇ ਵਰਗਾ ਪਿਆਰ ਕਰਨਾ ਚਾਹੀਦਾ ਹੈ ਅਤੇ ਇਹ ਪ੍ਰੇਮ ਕਰਨ ਦੇ ਕਾਰਨ ਲਈ ਤਕਾਜ਼ਾ ਹੈ। ਅਤੇ ਪ੍ਰੇਮ ਕਰਨ ਦਾ ਕਾਰਨ ਕੀ ਹੈ? ਕਿਉਂਕਿ ਪਰਮੇਸ਼ਰ ਨੇ ਪਹਿਲਾਂ ਸਾਨੂੰ ਪ੍ਰੇਮ ਕੀਤਾ। ਇਹ ਹੀ ਗੋਲਡਨ ਰੂਲ ਹੈ। ਸਾਰ ਰੂਪ ਵਿੱਚ ਅਸੀਂ ਆਖ ਸਕਦੇ ਹਾਂ ਕਿ ਗੋਲਡਨ ਰੂਲ ਇਹ ਹੈ ਕਿ ਅਸੀਂ ਸਮਝ ਆਈਏ ਕਿ ਪਰਮੇਸ਼ਰ ਨੇ ਸਾਡੇ ਨਾਲ ਕੀ ਕੀਤਾ। ਕਿਉਂਕਿ ਅਸੀਂ ਪਰਮੇਸ਼ਰ ਦੇ ਜਨ ਹਾਂ, ਮਸੀਹ ਹੀ ਬਣ ਕੇ ਰਹੀਏ ਕਿਉਂਕਿ ਪਰਮੇਸ਼ਰ ਨੇ ਸਾਨੂੰ ਪ੍ਰੇਮ ਕੀਤਾ। ਉਸ ਦੇ ਪ੍ਰੇਮ ਦਾ ਸਰੋਤ ਨੂੰ ਲੈ ਲਈਏ ਅਤੇ ਇਸ ਨੂੰ ਦੂਜਿਆਂ ਲਈ ਇਸਤੇਮਾਲ ਕਰੀਏ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਪਤਾ ਲੱਗ ਜਾਏਗਾ ਕਿ ਤੁਸੀਂ ਗੋਲਡਨ ਰੂਲ ਨੂੰ ਸਮਝ ਗਏ ਹੋ। ਇੱਕ ਵਾਰ ਫਿਰ ਅਸੀਂ ਪਹਿਲਾ ਯੂਹੰਨਾ 4 ਅਧਿਆਇ 11 ਵਚਨ ਤੋਂ ਲੈ ਕੇ 13 ਵਚਨ ਵਿੱਚ ਲਿਖੀਆਂ ਗਈਆਂ ਐਤਾਂ ਨੂੰ ਪੜ੍ਹਾਂਗੇ। ਹੇ ਪਿਆਰਿਓ, ਜਦੋਂ ਪਰਮੇਸ਼ਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤੇ ਚਾਹੀਦਾ ਹੈ ਜੋ ਅਸੀਂ ਵੀ ਇੱਕ ਦੂਜੇ ਨਾਲ ਪ੍ਰੇਮ ਕਰੀਏ। ਪਰਮੇਸ਼ਰ ਨੇ ਕਿਸੇ ਨੇ ਕਦੇ ਨਹੀਂ ਡਿੱਠਾ। ਜੇ ਅਸੀਂ ਇੱਕ ਦੂਜੇ ਨਾਲ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਉਹਨੇ ਆਪਣੇ ਆਤਮਾ ਵਿੱਚੋਂ ਸਾਨੂੰ ਦਾਨ ਜੋ ਕੀਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਜੋ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਣੇ ਰਹੇ। ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਪਰਮੇਸ਼ਰ ਦੇ ਵਚਨ ਨੂੰ ਸਿੱਖਣ ਦੇ ਲਈ ਸ਼ਾਮਿਲ ਹੁੰਦੇ ਹੋ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪ੍ਰੋਗਰਾਮ ਦੇ ਲਈ ਤੁਹਾਡਾ ਸਮਾਂ ਕੱਢਣਾ ਵਿਅਰਥ ਨਹੀਂ ਗਿਆ ਹੋਵੇਗਾ। ਤੁਸੀਂ ਇਹਨਾਂ ਵਚਨਾਂ ਤੋਂ ਬੜੀ ਆਸ਼ੀਸ਼ ਪ੍ਰਾਪਤ ਕੀਤੀ ਹੋਵੇਗੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੁਨਹਿਰੀ ਨਿਯਮ ਬਾਰੇ ਗੌਰ ਕਰ ਰਹੇ ਸੀ। ਅਸੀਂ ਵੇਖ ਰਹੇ ਸੀ ਕਿ ਸੁਨਹਿਰੀ ਨਿਯਮ ਕੀ ਹੈ। ਪ੍ਰਭੂ ਯਿਸੂ ਜੀ ਨੇ ਇਸ ਨਿਯਮ ਨੂੰ ਬੜੇ ਹੀ ਸਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਹੈ। ਅਸੀਂ ਜਾਣਿਆ ਕਿ ਸੁਨਹਿਰੀ ਨਿਯਮ ਸਾਡੇ ਚਾਲ ਚੱਲਣ ਦਾ ਪ੍ਰਮਾਣ ਹੈ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸੁਨਹਿਰੀ ਨਿਯਮ ਦੀ ਪਾਲਣਾ ਕਰਕੇ ਅਸੀਂ ਨਿਰਦੋਸ਼ ਸਾਬਿਤ ਨਹੀਂ ਹੋ ਸਕਦੇ। ਇਹ ਸਾਨੂੰ ਬਚਾ ਨਹੀਂ ਸਕਦੇ। ਅਸੀਂ ਆਪਣੇ ਚੰਗੇ ਕੰਮਾਂ ਕਰਕੇ ਨਿਰਦੋਸ਼ ਸਾਬਿਤ ਨਹੀਂ ਹੋ ਸਕਦੇ। ਅਸੀਂ ਸੁਨਹਿਰੀ ਨਿਯਮ ਦੀ ਪਾਲਣਾ ਕਰਕੇ ਸਵਰਗ ਨਹੀਂ ਜਾ ਸਕਦੇ। ਅਸੀਂ ਸਿੱਖਿਆ ਕਿ ਸੁਨਹਿਰੀ ਨਿਯਮ ਆਪਣੀ ਪ੍ਰੇਮ ਦੇ ਲਈ ਤਕਾਜ਼ਾ ਹੈ। ਜੋ ਅਸੀਂ ਬੀਜਦੇ ਹਾਂ ਉਹੀ ਅਸੀਂ ਵੱਢਦੇ ਹਾਂ। ਲੂਕਾ ਦੀ ਅੰਜੀਲ ਦੇ 6 ਅਧਿਆਇ ਦੀ 38 ਆਇਤ ਦੇ ਵਚਨਾਂ ਤੋਂ ਅਸੀਂ ਜਾਣਿਆ ਕਿ ਜੋ ਅਸੀਂ ਕੀਤਾ ਉਹੀ ਸਾਨੂੰ ਵਾਪਸ ਕੀਤਾ ਜਾਂਦਾ ਹੈ। ਭਾਵ ਜਿਸ ਤਰ੍ਹਾਂ ਤੁਸੀਂ ਦੂਜਿਆਂ ਨੂੰ ਦਿੰਦੇ ਹੋ ਉਸੇ ਤਰ੍ਹਾਂ ਤੁਹਾਨੂੰ ਦੂਜੇ ਵਾਪਿਸ ਦਿੰਦੇ ਹਨ। ਸੁਨਹਿਰੀ ਨਿਯਮ ਦਾ ਸਿਧਾਂਤ ਸਾਨੂੰ ਆਪਸਦਾਰੀ ਬਾਰੇ ਸਿਖਾਉਂਦਾ ਹੈ। ਸੱਚਮੁੱਚ ਇਹ ਇੱਕ ਮਹਾਨ ਸਿਧਾਂਤ ਹੈ ਜਿਹਨੂੰ ਸਾਨੂੰ ਸਿੱਖਣ ਦੀ ਲੋੜ ਹੈ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸੁਨਹਿਰੀ ਨਿਯਮ ਪ੍ਰੇਮ ਦੇ ਸੰਬੰਧ ਦੇ ਲਈ ਤਕਾਜ਼ਾ ਹੈ। ਪਰਮੇਸ਼ਵਰ ਸੰਬੰਧਾਂ ਨੂੰ ਧਿਆਨ ਵਿੱਚ ਰੱਖਦਾ ਹੈ। ਉਸਨੇ ਸੰਬੰਧ ਬਣਾਉਣ ਦੇ ਲਈ ਹੀ ਕਲੀਸਿਆ ਦੀ ਰਚਨਾ ਕੀਤੀ ਸੀ ਅਤੇ ਉਹ ਚਾਹੁੰਦਾ ਹੈ ਕਿ ਸਾਡੇ ਆਪਸੀ ਸੰਬੰਧ ਪ੍ਰੇਮ ਪੂਰਵਕ ਹੋਣ। ਸਾਡੇ ਆਪਸੀ ਸੰਬੰਧ ਸਵਾਰਥ ਨਾਲ ਭਰੇ ਹੋਏ ਨਹੀਂ ਹੋਣੇ ਚਾਹੀਦੇ। ਸਾਨੂੰ ਆਪਣੇ ਹੀ ਹਿੱਤਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਸਗੋਂ ਦੂਜਿਆਂ ਦੇ ਹਿੱਤਾਂ ਦੀ ਵੀ ਚਿੰਤਾ ਕਰਨੀ ਚਾਹੀਦੀ ਹੈ। ਕਿਉਂਕਿ ਪਰਮੇਸ਼ਰ ਨੇ ਸਾਡੀ ਚਿੰਤਾ ਕੀਤੀ ਅਤੇ ਸਾਡੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਜੀ ਨੂੰ ਬਲੀਦਾਨ ਕਰਤਾ। ਇਸ ਲਈ
ਸਾਨੂੰ ਵੀ ਆਪਣੇ ਲਈ ਚਿੰਤਾ ਨਹੀਂ ਕਰਨੀ ਚਾਹੀਦੀ। ਇਸ ਤੋਂ ਬਾਅਦ ਅਸੀਂ ਜਾਣਿਆ ਕਿ ਸੁਨਹਿਰੀ ਨਿਯਮ ਪ੍ਰੇਮ ਦੇ ਪ੍ਰਤੀ ਜ਼ਿੰਮੇਵਾਰੀ ਦਾ ਤਕਾਜ਼ਾ ਹੈ। ਇਸ ਦੇ ਲਈ ਅਸੀਂ ਸਿੱਖਿਆ ਕਿ ਮਸੀਹੀ ਸਿੱਖਿਆ ਸਾਨੂੰ ਦੱਸਦੀ ਹੈ ਕਿ ਮੇਰਾ ਪੜੋਸੀ ਕੌਣ ਹੈ। ਅਸੀਂ ਜਾਣਿਆ ਕਿ ਸਾਡਾ ਦੁਸ਼ਮਣ ਵੀ ਸਾਡਾ ਪੜੋਸੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਗੁਆਂਢੀ ਨਾਲ ਵੀ ਪ੍ਰੇਮ ਕਰੀਏ। ਯੂਹੰਨਾ ਦੀ ਪਹਿਲੀ ਪੱਤਰੀ ਦੇ 4 ਅਧਿਆਏ ਦੀ 11 ਆਇਤ ਤੋਂ 13 ਆਇਤਾਂ ਦੇ ਵਚਨਾਂ ਦੇ ਵਿੱਚ ਬਾਈਬਲ ਬਾਣੀ ਕਹਿੰਦੀ ਹੈ, ਹੇ ਪਿਆਰਿਓ, ਜਦੋਂ ਪਰਮੇਸ਼ਵਰ ਨੇ ਸਾਡੇ ਨਾਲ ਇਸ ਪ੍ਰਕਾਰ ਪ੍ਰੇਮ ਕੀਤਾ ਤਾਂ ਚਾਹੀਦਾ ਹੈ ਕਿ ਅਸੀਂ ਵੀ ਇੱਕ ਦੂਜੇ ਦੇ ਨਾਲ ਪ੍ਰੇਮ ਕਰੀਏ। ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਦੇ ਨਾਲ ਪ੍ਰੇਮ ਕਰਦੇ ਹਾਂ ਤਾਂ ਪਰਮੇਸ਼ਵਰ ਸਾਡੇ ਵਿੱਚ ਰਹਿੰਦਾ ਅਤੇ ਉਸ ਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਕੀਤਾ ਹੋਇਆ ਹੈ। ਉਸਨੇ ਆਪਣੇ ਆਤਮਾ ਵਿੱਚ ਸਾਨੂੰ ਦਾਨ ਜੋ ਕੀਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਹਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ। ਅਸੀਂ ਇੱਕ ਦੂਜੇ ਨਾਲ ਕਿਵੇਂ ਪਿਆਰ ਕਰ ਸਕਦੇ ਹਾਂ? ਅਸੀਂ ਇੱਕ ਦੂਜੇ ਨਾਲ ਉਸ ਪ੍ਰੇਮ ਨਾਲ ਪਿਆਰ ਕਰ ਸਕਦੇ ਹਾਂ ਜੋ ਪਰਮੇਸ਼ਵਰ ਨੇ ਸਾਨੂੰ ਕੀਤਾ। ਇਹੋ ਸੁਨਹਿਰੀ ਨਿਯਮ ਹੈ। ਦੋਸਤੋ, ਹੁਣ ਸਮਾਂ ਹੈ ਤੁਹਾਡੇ ਤੋਂ ਰੁਖਸਤ ਹੋਣ ਦਾ। ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਅੱਜ ਤੁਸੀਂ ਇੱਕ ਵਾਰ ਫਿਰ ਤੋਂ ਸਾਡੇ ਨਾਲ ਪਿਤਾ ਪਰਮੇਸ਼ਰ ਆਪਣੇ ਵਚਨਾਂ ਦੇ ਦੁਆਰਾ ਗੱਲਬਾਤ ਕੀਤੀ, ਸਾਨੂੰ ਪ੍ਰਭੂ ਜੀ ਸਿਖਾਇਆ। ਅਸੀਂ ਪ੍ਰਭੂ ਜੀ ਤੁਹਾਡੇ ਤੋਂ ਸੁਨਹਿਰੀ ਨਿਯਮ ਬਾਰੇ ਸਿੱਖ ਸਕੇ। ਉਹ ਨਿਯਮ ਜੋ ਸਾਨੂੰ ਸਿਖਾਉਂਦਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਰਿਸ਼ਤਿਆਂ ਦਾ ਆਦਰ ਸਨਮਾਨ ਕਰੀਏ, ਅਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਸੰਭਾਲ ਕੇ ਰੱਖੀਏ। ਪਿਤਾ ਪਰਮੇਸ਼ਰ, ਇਸ ਸੁਨਹਿਰੀ ਨਿਯਮ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ, ਜਿਸ ਤਰ੍ਹਾਂ ਤੁਸੀਂ ਪ੍ਰਭੂ ਜੀ ਚਾਹੁੰਦੇ ਹੋ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਦੀ ਕਦਰ ਕਰੀਏ, ਅਸੀਂ ਆਪਣੇ ਪੜੋਸੀ ਨੂੰ ਜੋ ਕਿ ਸਾਡਾ ਦੁਸ਼ਮਣ ਵੀ ਹੋ ਸਕਦਾ ਹੈ, ਉਹਨਾਂ ਨੂੰ ਵੀ ਪਿਆਰ ਕਰੀਏ। ਤਾਂ ਪਿਤਾ ਪਰਮੇਸ਼ਰ, ਇਸ ਵੱਡੇ ਪ੍ਰੇਮ ਵਾਸਤੇ ਅਸੀਂ ਤੁਹਾਡਾ ਧੰਨਵਾਦ ਦਿੰਦੇ ਹਾਂ। ਸਾਡੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡਾ ਇਹ ਨਿਯਮ ਲਾਗੂ ਹੋ ਸਕੇ, ਇਸ ਲਈ ਤੁਸੀਂ ਸਾਡੇ ਤੇ ਕਿਰਪਾ ਕਰੋ ਔਰ ਆਪਣੀ ਸ਼ਕਤੀ ਸਾਨੂੰ ਬਖਸ਼ੋ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।